मैं तो कहांगा भी साडे कोल एक ऐसा हीरा, क्योंकि मैं उन्होंने संगीत सम्राट कहना जी भाई निर्मल सिंह जी खालसा, क्योंकि इस करके क्योंकि साड़ी जितनी श्रेणी है सारी कीर्तनियां दी वो पूरे इंडिया दे विचों या पूरी फॉरन कंट्री दे विचों जितने रागी सन वो सिर्फ पद्म श्री भाई निर्मल सिंह जी नूं मिलिया। बहुत ਵੱਡਾ ਹੀਰਾ ਸੀਗਾ ਜਿਹੜਾ ਸਾਡੇ ਚੋਂ ਨਿਕਲ ਗਿਆ। ਔਰ ਜਿਸ ਤਰ੍ਹਾਂ ਉਹਨਾਂ ਦੀ ਬੇਅਦਬੀ ਕੀਤੀ ਗਈ ਉਸ ਟਾਈਮ ਤੇ ਕਰੋਨਾ ਵਾਇਰਸ ਤੇ ਕਦੀ ਕਿਤੇ ਬੋਡੀ ਲੈ ਕੇ ਜਾਏ ਗਏ, ਕਿਤੇ ਕਿਤੇ ਲੈ ਕੇ ਬੇਅਦਬੀ ਕੀਤੀ ਗਈ। ਕਿਆ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਨਈ ਚੀਜ਼ਾਂ ਹੋਣੀਆਂ ਚਾਹੀਦੀਆਂ ਸੀ, ਪਦਮ ਸ਼੍ਰੀ ਨਾਲ ਸਨਮਾਨਿਆ ਜਾਵੇ। ਪਰ ਮੈਨੂੰ ਮਾਫ ਕਰਨਾ ਵੀ ਕੰਮ ਤਾਂ ਸਾਡੀਆਂ ਕਮੇਟੀਆਂ ਦੇ ਸਨ, ਪਰ ਜੋ ਉਸ ਵਕਤ ਪਿਛਲੇ ਸਾਲ ਜੋ ਹਾਦਸਾ ਵਰਤਿਆ ਉਹ ਸਾਡੇ ਅੰਦਰੋਂ ਨਹੀਂ ਜਾਣਾ ਕਿ ਰਾਗਿਆਂ ਦਾ ਮਾਣ ਸਨਮਾਨ। ਅੱਜ ਤੁਸੀਂ ਦੇਖਿਆ ਉਹ ਕਈ ਵਾਰੀ ਲਿਖਿਆ ਹੁੰਦਾ ਵੀ ਕਿ ਤਪਲੇ ਵਾਲੇ ਦੀ ਲੋੜ ਏ ਕਿ ਜਿਹੜਾ ਕੜਾਹ ਪ੍ਰਸ਼ਾਦ ਵੀ ਵਰਤਾਂਦਾ ਹੋਵੇ। ਹੱਦ ਹੋ ਗਈ ਯਾਰ, ਵੀ ਤਪਲੇ ਵਾਲਾ ਹੋਵੇ ਉਹ ਕੜਾਹ ਪ੍ਰਸ਼ਾਦ ਵੀ ਵਰਤਾਨ ਵਾਲਾ ਹੋਵੇ, ਵੀ ਪ੍ਰਬੰਧਕ ਇੱਕ ਬੰਦੇ 'ਚ ਸਾਰਾ ਕੁਝ ਸਾੜਨਾ ਚਾਹੁੰਦੇ ਨੇ। ਜੇਕਰ ਇੰਨਾ ਵੱਡਾ ਮਾਨ ਸਤਿਕਾਰ ਸੀਗਾ, ਉਹਨਾਂ ਪਦਮ ਸ਼੍ਰੀ ਸੀਗੇ, ਉਹਨਾਂ ਨੂੰ ਨਹੀਂ ਹੋ ਸਕਿਆ। ਸ਼੍ਰੋਮਣੀ ਕਮੇਟੀ ਜਿਹੜੀ ਆ ਬੇਸ਼ੱਕ ਉਸ ਸਮੇਂ ਕਹਿੰਦੀ ਪਈ ਸੀਗੀ ਕਿ ਅਸੀਂ ਨਾਲ ਆ, ਉਸ ਤੋਂ ਬਾਅਦ ਪਾਠ ਦੇ ਭੋਗ ਵੀ ਪਾਏ ਗਏ, ਲੇਕਿਨ ਅੱਜ ਕੋਈ ਵੀ ਨੁਮਾਇੰਦਾ ਉੱਥੇ ਏਡਾ ਵੱਡਾ ਨੁਮਾਇੰਦਾ ਕੋਈ ਵੀ ਆਉਂਦਾ ਨਜ਼ਰ ਨਹੀਂ ਆਇਆ। ਹਾਲਾਂਕਿ ਰੈਲੀਆਂ ਤੇ ਪਾਣ ਨਜ਼ਰ ਆਉਂਦੇ ਹੁਣ ਕਿਤੇ ਨਾ ਕਿਤੇ। ਕਿਆ ਲੱਗਦਾ ਕਿਤੇ ਨਾ ਕਿਤੇ ਮਲਾਲ ਜ਼ਰੂਰ ਹੈ ਇਸ ਚੀਜ਼ ਦਾ। ਜੇ ਅਸੀਂ ਭਾਈ ਨਿਰਮਲ ਸਿੰਘ ਜੀ ਨੂੰ ਸਾਂਭਿਆ ਹੁੰਦਾ, ਕੋਈ ਗੱਲ ਕੀਤੀ ਹੁੰਦੀ ਜਾਂ ਕੋਈ ਹੋਰ ਅਸੀਂ ਸਾਂਭੇ ਹੁੰਦੇ ਤੇ ਅੱਜ ਐਸੇ ਕੀਰਤਨੀਏ ਨਿਕਲਦੇ ਨੇ ਸਾਡੇ ਵਿੱਚੋਂ। ਕਿਆ ਲੱਗਦਾ ਕਿ ਉਸ ਸਮੇਂ ਜਿਹੜਾ ਸ਼੍ਰੋਮਣੀ ਕਮੇਟੀ ਨੇ ਪਾਠ ਦੇ ਭੋਗ ਪਾਏ ਸਿਰਫ ਗੋਂਗਲੋਂ ਤੋਂ ਮਿੱਟੀ ਝਾੜੀ ਗਈ? ਬਿਲਕੁਲ ਸਹੀ ਗੱਲ ਹੈ, ਤੁਸੀਂ ਸਹੀ ਗੱਲ ਕੀਤੀ। ਗੋਂਗਲੋਂ ਤੋਂ ਮਿੱਟੀ ਝੜੀ, ਹੋਰ ਕੀ ਹੋਇਆ ਭਾਈ ਸਾਹਿਬ ਜੀ? ਇੱਥੇ ਤਾਂ ਤੇਲ ਸਿੱਟਣ ਨੂੰ ਜਗ੍ਹਾ ਨਹੀਂ ਹੋਣੀ ਚਾਹੀਦੀ ਸੀ। ਪਦਮ ਸ਼੍ਰੀ ਭਾਈ ਨਿਰਮਲ ਸਿੰਘ ਗਿਆ, ਕੋਈ ਮੇਰੇ ਵਰਗਾ ਬੰਦਾ ਚਲਾ ਜਾਏ ਤਾਂ ਉਹ ਤਾਂ ਵੱਖਰੀ ਗੱਲ ਹੈ, ਚਲੋ ਛੱਡੋ ਤੁਸੀਂ। ਹਾਂਜੀ, ਉਹ ਪਦਮ ਸ਼੍ਰੀ ਸਾਡੇ ਰਾਗੇ ਦਾ ਮਾਣ ਹੈ ਜੀ। ਐਡਾ ਵਰਲਡ ਦੇ ਉੱਤੇ ਉਸ ਸ਼ਖਸ ਨੂੰ ਮਾਣ ਸਨਮਾਨ ਦਿੱਤਾ ਹੈ ਤੇ ਸਾਡੇ ਕਿੱਥੇ ਸੋ ਗਏ? ਉਸ ਤੋਂ ਠੀਕ 1 ਮਹੀਨੇ ਬਾਅਦ ਇੱਕ ਪੁਲਿਸ ਡਿਪਾਰਟਮੈਂਟ ਦੇ ਲੁਧਿਆਣੇ ਤੋਂ ਪੂਰੇ ਹੋਏ, ਉਹਨਾਂ ਨੂੰ ਪੂਰੇ 10 ਬੰਦੂਕਾਂ ਦੇ ਨਾਲ ਸਲਾਮੀ ਦਿੱਤੀ ਗਈ। ਘੱਟ ਤੋਂ ਘੱਟ ਸ਼ਮਸ਼ਾਨ ਘਾਟ ਦੇ ਵਿੱਚ 45 ਬੰਦੇ ਸਨ ਕਿ ਸਾਡੇ ਭਾਈ ਸਾਹਿਬ ਵੇਲੇ ਕੀ ਹੋ ਗਿਆ ਸੀ? ਕੋਈ ਕਰਫਿਊ ਲੱਗਿਆ ਸੀ? ਸਾਨੂੰ ਕਿਸੇ ਦਾ ਸ਼ਿਕਵਾ ਨਹੀਂ, ਕੋਈ ਸ਼ਿਕਾਇਤ ਨਹੀਂ, ਪਰ ਨਾ ਹੀ ਅਸੀਂ ਕਿਸੇ ਤੋਂ ਮੰਗ ਕਰਦੇ ਹਾਂ। ਗੁਰੂ ਨੇ ਕਿਰਪਾ ਕੀਤੀ, ਇਹ ਜਰਾ ਹਵਾਈ ਜਹਾਜ਼ ਚੱਲ ਲੈਣ ਦਿਓ, ਇਸ ਤੋਂ 10 ਗੁਣਾ ਪ੍ਰੋਗਰਾਮ ਅਸੀਂ ਕਰ ਦਿਆਂਗੇ ਅਗਲੇ ਸਾਲ। ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਮਿੱਠੀ ਯਾਦ ਜਿਹੜੀ ਆ ਉਹ ਅੱਜ ਮਨਾਈ ਜਾ ਰਹੀ ਹੈ, ਜਿਸ ਤੋਂ ਬਾਅਦ ਕਾਫੀ ਸ਼ਖਸੀਅਤਾਂ ਵੱਲੋਂ ਉਹਨਾਂ ਨੂੰ ਜਿਹੜਾ ਆ ਉਹ ਯਾਦ ਵੀ ਕੀਤਾ ਜਾ ਰਿਹਾ। ਸਾਡੇ ਨਾਲ ਸੰਗਤਾਂ ਨਾਲ ਮੌਜੂਦ ਨੇ, ਗੱਲਬਾਤ ਕਰ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਡਾਕਟਰ ਗੁਰਨਾਮ ਸਿੰਘ ਹੈ। ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪਹਿਲਾਂ ਫਾਊਂਡਰ ਪ੍ਰੋਫੈਸਰ ਹੈਡ ਸੀ, ਉੱਥੇ ਡੀਨ ਵੀ ਸੀ, ਔਰ ਅੱਜ ਕੱਲ੍ਹ ਡੀਨ ਪਰਫਾਰਮਿੰਗ ਆਰਟਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ। ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਮੈਂ ਇੱਕ ਬੜੇ ਮਹਾਨ ਜੋ ਪੰਥ ਦੇ ਸੇਵਕ ਨੇ ਪਦਮ ਸ਼੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ, ਉਹਨਾਂ ਦੇ ਉਸ ਸਥਾਨ ਉੱਤੇ ਨਤਮਸਤਕ ਹੋਣ ਆਇਆ ਜਿੱਥੇ ਉਹਨਾਂ ਨੇ ਆਪਣਾ ਪੰਜ ਭੂਤਕ ਜਿਹੜਾ ਸਰੀਰ ਸੀ ਉਹ ਤਿਆਗਿਆ ਸੀ। ਇਹੋ ਜਿਹੀ ਜਿਹੜੀ ਧਰਤੀ ਹੈ ਇਹ ਆਪਣੇ ਆਪ ਦੇ ਵਿੱਚ ਪਾਵਨ ਹੋ ਜਾਂਦੀ ਹੈ ਜਿੱਥੇ ਐਸੇ ਕੀਰਤਨੀਆਂ ਜਿਹੜਾ ਹੈ ਉਸ ਦਾ ਅੰਤਮ ਸੰਸਕਾਰ ਹੋਇਆ ਹੋਵੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਥਾਨ ਦੇ ਉੱਤੇ ਕੀਰਤਨ ਦੀ ਧੁਨੀ ਇਸੇ ਤਰ੍ਹਾਂ ਹੀ ਗੁੰਜਰਿਤ ਰਹੇਗੀ। ਜਿਸ ਤਰ੍ਹਾਂ ਹੁਣੇ ਹੀ ਥੋੜ੍ਹੀ ਦੇਰ ਪਹਿਲਾਂ ਤੁਸੀਂ ਵੇਖਿਆ ਕਿ ਸਾਰੇ ਕੀਰਤਨੀਆਂ ਨੇ, ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਪਾਂਡਾ ਸਾਹਿਬ ਵਾਲਿਆਂ ਨੇ, ਭਾਈ ਸਾਹਿਬ ਭਾਈ ਅਨੰਤਵੀਰ ਸਿੰਘ ਜੀ ਨੇ, ਉਹਨਾਂ ਦੇ ਸਪੁੱਤਰ ਮਸਕੀਨ ਜੀ ਨੇ, ਅਮਤੇਸ਼ਵਰ ਜੀ ਨੇ, ਔਰ ਸੰਦੀਪ ਸਿੰਘ ਜੀ ਨੇ ਦਿਲਰਬਾ ਵਾਦਨ ਕਰਕੇ, ਔਰ ਸਾਰੇ ਕੀਰਤਨੀਆਂ ਨੇ ਰਲ ਕੇ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ, ਆਪਣੇ ਮਿੱਤਰ ਪਿਆਰੇ ਨੂੰ, ਉਸ ਭਲੋ ਭਲੋਰੇ ਕੀਰਤਨੀਆਂ ਨੂੰ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਗੁਰਮਤਿ ਸੰਗੀਤ ਨੂੰ ਸਮਰਪਿਤ ਕੀਤਾ, ਗੁਰੂ ਘਰ ਦੀ ਕੀਰਤਨ ਪਰੰਪਰਾ ਨੂੰ ਸਮਰਪਿਤ ਕੀਤਾ। ਔਰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਤੋਂ ਉਹਨਾਂ ਨੇ ਆਪਣਾ ਜੀਵਨ ਦਾ ਸਫ਼ਰ ਸ਼ੁਰੂ ਕੀਤਾ ਔਰ ਸਾਰੀ ਦੁਨੀਆ ਤੱਕ ਉਹਨਾਂ ਨੇ ਗੁਰੂ ਦੇ ਰਾਗ, ਗੁਰੂ ਦਾ ਸੰਗੀਤ ਔਰ ਗੁਰੂ ਦੀ ਜਿਹੜੀ ਸ਼ੈਲੀ ਸੀ ਉਹ ਪਹੁੰਚਾਈ। ਔਰ ਨਿਰਮਲ ਸਿੰਘ ਹੋਰਾਂ ਦੀ ਆਪਣੀ ਜਿਹੜੀ ਕੀਰਤਨ ਦੀ ਸ਼ੈਲੀ ਸੀ ਬੜੀ ਨਿਵੇਕਲੀ ਸੀ। ਮੈਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਦੇ ਸਪੁੱਤਰ ਸਰਦਾਰ ਅਮਤੇਸ਼ਵਰ ਸਿੰਘ ਔਰ ਮਸਕੀਨ ਸਿੰਘ ਹੋਰਾਂ ਨੇ ਬੜਾ ਅੱਛਾ ਉਦਮ ਕੀਤਾ ਹੈ ਔਰ ਉਹਨਾਂ ਦੀ ਮਿੱਠੀ ਯਾਦ ਉਸੇ ਦਿਨ ਹੀ ਮਨਾਉਣ ਦਾ ਉਪਰਾਲਾ ਕੀਤਾ। ਔਰ ਮੈਂ ਉਮੀਦ ਕਰਦਾ ਕਿ ਇਸ ਦਿਨ ਦੇ ਉੱਤੇ ਇਸੇ ਤਰ੍ਹਾਂ ਹੀ ਇਹ ਜਿਹੜੇ ਸੰਗੀਤ ਦਾ ਜਿਹੜਾ ਦਰਬਾਰ ਹੈ ਉਹ ਸਜਦਾ ਰਹੇਗਾ। ਗੁਰਮਤਿ ਸੰਗੀਤ ਦਰਬਾਰ ਮੈਂ ਉਸ ਦਾ ਨਾਮ ਜਿਹੜਾ ਹੈ ਦੇਣਾ ਚਾਹਾਂਗਾ, ਕਿਉਂਕਿ ਬਾਕੀ ਸੰਗੀਤ ਦਰਬਾਰ ਤੇ ਬਹੁਤ ਹੁੰਦੇ ਨੇ ਪਰ ਭਾਈ ਸਾਹਿਬ ਆਪ ਖੁਦ ਗੁਰਮਤਿ ਸੰਗੀਤ ਨੂੰ ਪਿਆਰ ਕਰਦੇ ਸੀ। ਉਹਨਾਂ ਨੇ ਸਾਰੀ ਦੁਨੀਆ ਵਿੱਚ ਗੁਰਮਤਿ ਸੰਗੀਤ ਦੇ ਪ੍ਰਚਾਰ ਕੀਤੇ ਔਰ ਦੇਸ਼ ਵਿਦੇਸ਼ ਦੇ ਵਿੱਚ ਉਹਨਾਂ ਨੇ ਗੁਰਮਤਿ ਸੰਗੀਤ ਦਰਬਾਰ ਸਜਾਏ ਔਰ ਅਸੀਂ ਇਕੱਠੇ ਬਹੁਤ ਸਾਰੀ ਥਾਵਾਂ ਦੇ ਉੱਤੇ ਕੀਰਤਨ ਦਰਬਾਰ ਕੀਤੇ, ਜਿਵੇਂ ਅਮਰੀਕਾ ਹੈ, ਕੈਨੇਡਾ ਹੈ, ਹੋਰ ਦੇਸ਼ ਨੇ। ਔਰ ਅਸੀਂ ਚਾਹਾਂਗੇ ਕਿ ਇਹ ਸਵਾਮੀ ਹਰਬਲਬ ਜਿਵੇਂ
ਹਰਬਲਬ ਸੰਗੀਤ ਸੰਮੇਲਨ ਉੱਥੇ ਹੁੰਦਾ ਹੈ। ਉਸੇ ਤਰ੍ਹਾਂ ਹੀ ਇਸ ਕੀਰਤਨੀਏ ਦੀ ਯਾਦ ਦੇ ਵਿੱਚ ਵੀ ਹਰ ਸਾਲ ਗੁਰਮਤਿ ਸੰਗੀਤ ਦਾ ਜਿਹੜਾ ਸੰਮੇਲਨ ਹੈ ਹੋਵੇ। ਔਰ ਸਾਰੀਆਂ ਸੰਗਤਾਂ ਨੂੰ ਮੇਰੀ ਬੇਨਤੀ ਹੈ ਕਿ ਇਸ ਉਦਮ ਦੇ ਲਈ ਤਨ ਮਨ ਧਨ ਦੇ ਨਾਲ ਵੇਖੋ, ਉਹ ਸਮਾਂ ਹੀ ਕੁਝ ਐਸਾ ਸੀ, ਉਸ ਵੇਲੇ ਜੋ ਕੁਝ ਵਾਪਰਿਆ ਬਹੁਤ ਹੀ ਅਣਹੋਇਆ ਵਾਪਰਿਆ ਔਰ ਸਾਰੀ ਦੁਨੀਆ ਦੇ ਲਈ ਬੜਾ ਉਸ ਸ਼ਰਮਿੰਦਗੀ ਦਾ ਆਲਮ ਸੀ। ਪਰ ਇਹ ਜਿਹੜਾ ਸਬੱਬ ਹੈ, ਜੋ ਹੋਇਆ ਆਪਾਂ ਹੁਣ ਅੱਗੇ ਚੱਲਣਾ ਹੈ ਔਰ ਉਹਨਾਂ ਦੀ ਯਾਦ ਨੂੰ ਸਦੀਵੀ ਬਣਾਉਣ ਦੇ ਲਈ ਆਪਾਂ ਸਾਰਿਆਂ ਨੇ ਹੰਭਲਾ ਮਾਰਨਾ। ਸਾਰੀ ਦੁਨੀਆ ਦੇ ਸੰਗੀਤਕਾਰਾਂ ਨੂੰ, ਸੰਗਤਾਂ ਨੂੰ, ਕੀਰਤਨੀਆਂ ਨੂੰ ਮੇਰੀ ਬੇਨਤੀ ਹੈ ਕਿ ਇਸ ਉਦਮ ਦੇ ਵਿੱਚ, ਜੇ ਇਸ ਉਪਰਾਲੇ ਦੇ ਵਿੱਚ ਉਹਨਾਂ ਦੀ ਸਿਮਰਤੀ ਨੂੰ ਸਦਾ ਲਈ ਕਾਇਮ ਕਰਨ ਦੇ ਲਈ ਆਪਾਂ ਸਾਰੇ ਹੰਭਲਾ ਮਾਰੀਏ ਔਰ ਭਾਈ ਨਿਰਮਲ ਸਿੰਘ ਹੋਰਾਂ ਨੂੰ ਸੱਚੀ ਸ਼ਰਧਾਂਜਲੀ ਦੇਈਏ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਤੱਕ ਆਪਾਂ ਜਿਹੜੇ ਗੁਰਮਤਿ ਸੰਗੀਤ ਵਿਰਾਸਤ ਹੈ ਉਹਨਾਂ ਤੱਕ ਪਹੁੰਚਾ ਦੇਈਏ। ਔਰ ਸਾਰੇ ਸੁਰੀਲੇ ਕੀਰਤਨੀਆਂ ਨੂੰ ਮੇਰੀ ਬੇਨਤੀ ਹੈ ਕਿ ਸਾਡੇ ਕੋਲੋਂ ਇੱਕ ਬਹੁਤ ਵੱਡਾ ਹੀਰਾ ਜਿਹੜਾ ਹੈ ਉਹ ਖੁੱਸ ਗਿਆ, ਉਹਨਾਂ ਦੀ ਸ਼ੈਲੀ ਨੂੰ ਕਾਇਮ ਰੱਖੀਏ ਔਰ ਕਦੇ ਆਪਣੇ ਕੀਰਤਨ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਕੀਰਤਨ ਦੀਆਂ ਰੀਤਾਂ ਨੇ ਉਹਨਾਂ ਨੂੰ ਗਾ ਕੇ ਵੀ ਉਹਨਾਂ ਨੂੰ ਸ਼ਰਧਾਂਜਲੀ ਦੇਈਏ, ਤਾਂ ਕਿ ਮਿੱਤਰ ਪਿਆਰੇ ਦੀ ਯਾਦ ਹਮੇਸ਼ਾ ਸਾਡੀ ਸਿਮਰਤੀ ਵਿੱਚ ਜਿਹੜੀ ਹੈ ਉਕਰੀ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਬੀਰ ਸਿੰਘ ਜੀ ਜਿਹੜੇ ਪੌਂਟਾ ਸਾਹਿਬ ਨਾਲ ਮੌਜੂਦ ਨੇ, ਗੱਲਬਾਤ ਕਰ ਰਹੇ ਨੇ। ਜਸਬੀਰ ਸਿੰਘ ਜੀ, ਲਗਾਤਾਰ ਹੀ ਅਸੀਂ ਜਿਹੜਾ ਸੀਗਾ ਤੁਸੀਂ ਲੰਮਾ ਸਮਾਂ ਜਿਹੜਾ ਆ ਭਾਈ ਸਾਹਿਬ ਹੋਣਾ ਦੇ ਨਾਲ ਬਿਤਾਇਆ, ਕੀ ਕਹਿਣਾ ਚਾਹੋਗੇ? ਕੋਈ ਯਾਦ ਇਸ ਤਰ੍ਹਾਂ ਦੀ ਜਿਹੜੀ ਅੱਜ ਵੀ ਯਾਦ ਕਰਦੇ ਹੋ? ਤੇ ਕਿਉਂਕਿ ਇੱਕ ਵਾਰਾ ਹੋ ਗਿਆ ਜੀ ਅੱਜ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੋ ਗੱਲਾਂ ਦਾਸ ਨੇ ਕਰਨੀਆਂ ਉਹ ਡਾਕਟਰ ਗੁਰਨਾਮ ਸਿੰਘ ਜੀ ਕਰ ਗਏ, ਕਿਉਂਕਿ ਮੈਂ ਤਾਂ ਕਹਾਂਗਾ ਵੀ ਸਾਡੇ ਕੋਲ ਇੱਕ ਐਸਾ ਹੀਰਾ, ਕਿਉਂਕਿ ਮੈਂ ਉਹਨਾਂ ਨੂੰ ਸੰਗੀਤ ਸਮਰਾਟ ਕਹਿਣਾ ਜੀ, ਭਾਈ ਨਿਰਮਲ ਸਿੰਘ ਜੀ ਖਾਲਸਾ, ਕਿਉਂਕਿ ਉਹ ਇਸ ਕਰਕੇ ਕਿਉਂਕਿ ਸਾਡੀ ਜਿਤਨੀ ਸ਼੍ਰੇਣੀ ਹੈ ਸਾਰੀ ਕੀਰਤਨੀਆਂ ਦੀ, ਉਹ ਪੂਰੇ ਇੰਡੀਆ ਦੇ ਵਿੱਚੋਂ ਜਾਂ ਪੂਰੀ ਫੋਰਨ ਕੰਟਰੀ ਦੇ ਵਿੱਚੋਂ ਜਿਤਨੇ ਰਾਗੀ ਸਨ, ਉਹ ਸਿਰਫ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ ਨੂੰ ਮਿਲਿਆ। ਪਦਮ ਸ਼੍ਰੀ ਇੱਕ ਬਹੁਤ ਵੱਡਾ ਅਵਾਰਡ ਹੁੰਦਾ ਭਾਰਤ ਸਰਕਾਰ ਦਾ, ਜੋ ਰਾਸ਼ਟਰਪਤੀ ਦਿੰਦਾ ਹੈ, ਔਰ ਜੋ ਚਲਾ ਗਿਆ ਉਹ ਤਾਂ ਵਾਪਸ ਨਹੀਂ ਆਉਂਦਾ, ਕਿਉਂਕਿ ਉਹਨਾਂ ਦੀਆਂ ਐਸੇ ਯਾਦਾਂ ਔਰ ਐਸੇ ਉਹਨਾਂ ਦੀ ਕੀਰਤਨ ਦੀ ਸ਼ੈਲੀ ਔਰ ਜੋ ਬਹੁਤ ਦੁਨੀਆ ਪਸੰਦ ਕਰਦੀ ਸੀ ਔਰ ਉਹ ਸਮਝਾਉਣ ਦਾ ਬੜਾ ਯਤਨ ਕਰਦੇ ਸਨ ਔਰ ਬਹੁਤ ਇੱਕ ਨਿਪੁੰਨ ਸਨ ਉਸ ਸੰਗੀਤ ਦੇ ਵਿੱਚ। ਤੋ ਅੱਜ ਅਸੀਂ ਇਸ ਸਥਾਨ 'ਤੇ ਆਏ ਹਾਂ, ਤੋ ਬਸ ਮੇਰੀ ਇਹ ਬੇਨਤੀ ਹੈ ਸਾਰੇ ਕੀਰਤਨੀਆਂ ਨੂੰ ਕਿ ਇਸ ਵਕਤ ਤਾਂ ਚਲੋ ਜੋ ਵੀ ਹੈ ਹਾਲਾਤ ਖਰਾਬ ਨੇ, ਤੋ ਅਗਲੀ ਵਾਰ ਜਦੋਂ ਵੀ ਪ੍ਰੋਗਰਾਮ ਹੋਵੇ ਤਾਂ ਇਸੇ ਤਰ੍ਹਾਂ ਵੱਧ ਚੜ੍ਹ ਕੇ ਅਸੀਂ ਆ ਕੇ ਤੇ ਉਹਨਾਂ ਦੇ ਚਰਨਾਂ 'ਚ ਹਾਜ਼ਰੀ ਲਗਾਈਏ ਔਰ ਜੋ ਉਹਨਾਂ ਦੀ ਕੀਰਤਨ ਦੀ ਸ਼ੈਲੀ ਹੈ ਉਸ ਨੂੰ ਅਸੀਂ ਅਪਣਾਈਏ। ਐਕਚੁਅਲ ਕੀਰਤਨ ਦੀ ਸ਼ੈਲੀ ਜੋ ਹੈ, ਤੋ ਆਪ ਭਾਈ ਸਾਹਿਬ ਵੀ ਕਹਿੰਦੇ ਹੁੰਦੇ ਸਨ, ਕਈ ਵਾਰੀ ਕਹਿੰਦੇ ਵੀ ਕੀਰਤਨ ਦੀ ਸ਼ੈਲੀ ਹੌਲੀ ਖਰਾਬ ਹੁੰਦੀ ਜਾ ਰਹੀ ਹੈ, ਪਰ ਹੁਣ ਥੋੜ੍ਹਾ ਜਿਹਾ ਫਰਕ ਪੈ ਗਿਆ ਹੈ, ਕਿਉਂਕਿ ਜਿਹੜੀ ਉਹਨਾਂ ਦੀ ਭਾਈ ਸਾਹਿਬ ਦੇ ਨਿਰਮਲ ਸਿੰਘ ਦੇ ਗਾਏ ਹੋਏ ਸ਼ਬਦ ਨੇ, ਆਸਾ ਕੀ ਵਾਰ ਨੇ, ਉਹਨਾਂ ਨੂੰ ਯੰਗ ਯੂਥ ਫੋਲੋ ਕਰ ਰਿਹਾ ਹੈ। ਤੋ ਗੁਰੂ ਕਿਰਪਾਲਤਾ ਕਰਨ, ਬਖਸ਼ਿਸ਼ ਕਰਨ, ਕਿਉਂਕਿ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਕਿਉਂਕਿ ਸਾਡੇ ਕੋਲ ਇੱਕ ਐਸਾ ਹੀਰਾ ਚਲਾ ਗਿਆ ਜੋ ਕਿ ਉਹ ਵਾਪਸ ਨਹੀਂ ਆ ਸਕਦਾ, ਤੋ ਉਹਨਾਂ ਨੂੰ ਸ਼ਰਧਾਂਜਲੀ ਕਰਦੇ ਸੀ, ਆਪਣਾ ਉਹਦੇ ਸੀਸ ਨੂੰ ਵੰਡਿਆ ਸੀ। ਤੁਸੀਂ ਪ੍ਰਾਈਮ ਮਿਨਿਸਟਰ ਨੂੰ ਵੀ ਲੈਟਰ ਲਿਖੀ ਸੀਗੀ, ਕਿਆ ਕੋਈ ਜਵਾਬ ਉਸ ਚੀਜ਼ ਦਾ ਆਇਆ ਜਾਂ ਕਿਆ ਲੱਗਦਾ ਕਿ ਸਿਰਫ ਲੈਟਰ ਤੱਕ ਹੀ ਸੀਮਿਤ ਰਹਿ ਗਿਆ? ਕਿਉਂਕਿ ਬਹੁਤ ਵੱਡਾ ਹੀਰਾ ਸੀਗਾ ਜਾਂ ਸਾਡੇ ਚੋਂ ਨਿਕਲ ਗਿਆ, ਔਰ ਜਿਸ ਤਰ੍ਹਾਂ ਉਹਨਾਂ ਦੀ ਬੇਅਦਬੀ ਕੀਤੀ ਗਈ ਉਸ ਟਾਈਮ ਤੇ ਕਰੋਨਾ ਵਾਇਰਸ ਤੇ, ਕਦੀ ਕਿਤੇ ਬੋਡੀ ਲੈ ਕੇ ਜਾਏ ਗਏ, ਕਿਤੇ ਲੈ ਕੇ ਬੇਅਦਬੀ ਕੀਤੀ ਗਈ, ਕਿਆ ਲੱਗਦਾ ਕਿ ਇਸ ਤਰ੍ਹਾਂ ਦੀ ਨਈ ਚੀਜ਼ਾਂ ਹੋਣੀਆਂ ਚਾਹੀਦੀਆਂ ਸੀ? ਹਾਂਜੀ, ਦੇਖੋ ਇਹ ਤਾਂ ਬਹੁਤ ਇੱਕ ਮੰਦਭਾਗੀ ਗੱਲ ਹੈ, ਕਿਉਂਕਿ ਇੱਕ ਪਰਸਨੈਲਿਟੀ ਹੋਵੇ ਔਰ ਪਦਮ ਸ਼੍ਰੀ ਹੋਵੇ। ਤੁਸੀਂ ਡਾਕਟਰ ਮਨਮੋਹਨ ਸਿੰਘ ਦੀ ਗੱਲ ਕੀਤੀ ਹੈ, ਕਿਉਂਕਿ ਉਹ ਸੰਗੀਤ ਤੋਂ ਬਹੁਤ ਜ਼ਿਆਦਾ ਜਾਣੂ ਨੇ, ਕਿਉਂਕਿ ਜਿਹੜਾ ਉਹਨਾਂ ਨੇ ਪਦਮ ਸ਼੍ਰੀ ਦਿੱਤਾ ਤੇ ਉਦੋਂ ਪ੍ਰਿਤਪਾ ਪਾਟਿਲ ਜੀ ਪ੍ਰੈਜ਼ੀਡੈਂਟ ਸਨ, ਕਿਉਂਕਿ ਮੈਨੂੰ ਵੀ 2 ਵਾਰੀ ਸਨਮਾਨ ਮਿਲਿਆ ਡਾਕਟਰ ਅਬਦੁਲ ਕਲਾਮ ਸਾਹਿਬ ਤੋਂ ਔਰ ਪ੍ਰਿਤਪਾ ਪਾਟਿਲ ਜੀ ਤੋਂ, ਔਰ ਡਾਕਟਰ ਮਨਮੋਹਨ ਸਿੰਘ ਦੇ ਵੀ ਦਾਸ ਨੇ ਕੀਰਤਨ ਕੀਤਾ ਹੈ। ਤੇ ਜਦੋਂ ਮੈਂ ਉਹਨਾਂ ਨੂੰ ਚਿੱਠੀ ਲਿਖੀ ਤੇ ਉਹ ਕਹਿਣ ਲੱਗੇ, ਭਾਈ ਸਾਹਿਬ ਜੀ ਅਸੀਂ ਇੱਕ ਪਿਰਤ ਪਾਵਾਂਗੇ ਕਿ ਜਿਤਨੇ ਅੱਛੇ ਕੀਰਤਨੀਏ ਨੇ ਕਿ ਸਭ ਨੂੰ ਸਰਕਾਰੀ ਉਹਦੇ ਪਦਮ ਸ਼੍ਰੀ ਨਾਲ ਸਨਮਾਨਿਆ ਜਾਵੇ, ਪਰ ਮੈਨੂੰ ਮਾਫ ਕਰਨਾ ਵੀ ਕੰਮ ਤਾਂ ਸਾਡੀਆਂ ਕਮੇਟੀਆਂ ਦੇ ਸਾਹਮਣੇ, ਪਰ ਜੋ ਉਸ ਵਕਤ ਪਿਛਲੇ ਸਾਲ ਜੋ ਹਾਦਸਾ ਵਰਤਿਆ ਉਹ ਸਾਡੇ ਅੰਦਰੋਂ ਨਹੀਂ ਜਾਣਾ ਹੈ ਜੀ। ਪਰ ਉਹਨਾਂ ਦਾ ਮੈਨੂੰ ਵਾਪਸ ਚਿੱਠੀ ਦਾ ਜਵਾਬ ਵੀ ਆਇਆ ਸੀ, ਕਹਿਣ ਲੱਗੇ ਭਾਈ ਸਾਹਿਬ ਜੀ ਵੀ ਅਗਰ ਕੀਰਤਨ ਹੈ, ਗੁਰਬਾਣੀ ਹੈ ਤੇ ਤਾਂ ਹੀ ਸੰਸਾਰ ਟਿਕਿਆ ਹੋਇਆ, ਇਹ ਅਸੀਂ ਕੋਈ ਆਸਾਨ ਨਹੀਂ ਕੀਤਾ। ਇਹ ਅਸੀਂ ਭਾਈ ਨਿਰਮਲ ਸਿੰਘ ਦੀ ਜੋ ਵਿਦਵਤਾ ਸੀ, ਉਹਨਾਂ ਦਾ ਸੰਗੀਤ ਸੀ, ਅਸੀਂ ਉਹਨਾਂ ਨੂੰ ਦੇਖ ਕੇ ਇਹ ਸੋਚਿਆ ਵੀ ਘੱਟ ਤੋਂ ਘੱਟ ਅਸੀਂ ਉਹਨਾਂ ਨੂੰ ਇੱਕ ਪਦਮ ਸ਼੍ਰੀ ਦੇ ਨਾਲ ਨਵਾਜੀਏ, ਕਿਉਂਕਿ ਗੁਰੂ ਰਾਮਦਾਸ ਸਾਹਿਬ ਦੇ ਕੀਰਤਨੀਏ ਸੀ। ਕਿਆ ਲੱਗਦਾ ਹੈ ਕਿ ਇਸੇ ਕਰਕੇ ਨਵੇਂ ਕੀਰਤਨੀਏ ਜਿਹੜੇ ਨਹੀਂ ਬਣ ਪਾ ਰਹੇ, ਜਿਹੜੇ ਨਵੇਂ ਯੁਵਾ ਵਾ ਜਾਂ ਨਵੇਂ ਜਿਹੜੇ ਯੂਥ ਦੇ ਲੜਕੇ, ਇਸੇ ਕਰਕੇ ਕੀਰਤਨੀਆਂ ਵੱਲ ਨਹੀਂ ਜਾ ਰਹੇ, ਕਿਉਂਕਿ ਉਹਨਾਂ ਨੂੰ ਬੰਦਾ ਮਾਨ ਸਤਿਕਾਰ ਨਹੀਂ ਦਿੱਤਾ। ਹਾਲਾਂਕਿ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਪੂਰਾ ਮਾਨ ਸਤਿਕਾਰ ਦਿੱਤਾ ਗਿਆ ਸੀਗਾ ਤੇ ਆਪਣੇ ਤੋਂ ਉੱਤੇ ਦੀ ਪਦਵੀ ਵੀ ਦਿੱਤੀ ਗਈ ਸੀ। ਲੱਗਦਾ ਕਿ ਇਸੇ ਕਰਕੇ ਨਹੀਂ ਜਾਇਆ? ਬੜਾ ਅਹਿਮ ਸਵਾਲ ਹੈ ਤੁਹਾਡਾ, ਕਿਉਂਕਿ ਜਿਹੜਾ ਮੇਰਾ ਬੇਟਾ ਵੀ ਚੜ੍ਹਾਈ ਕੀਤੀ ਹੈ ਨਾ ਜੀ, ਉਹਨੇ ਵੀ ਇਸੇ ਕਰਕੇ ਕੀਤੀ ਕਿ ਮੈਂ ਰਾਗੀ ਨਹੀਂ ਬਣਨਾ। ਕਿਉਂ ਕਿ ਰਾਗੀਆਂ ਦਾ ਮਾਨ ਸਨਮਾਨ ਅੱਜ ਤੁਸੀਂ ਦੇਖਿਆ, ਕਈ ਵਾਰੀ ਲਿਖਿਆ ਹੁੰਦਾ ਹੈ ਵੀ ਇੱਕ ਤਪਲੇ ਵਾਲੇ ਦੀ ਲੋੜ ਏ ਕਿ ਜਿਹੜਾ ਕੜਾਹ ਪ੍ਰਸ਼ਾਦ ਵੀ ਵਰਤਾਂਦਾ ਹੋਵੇ। ਹੱਦ ਹੋ ਗਈ ਯਾਰ,
ਵੀ ਤਪਲੇ ਵਾਲਾ ਹੋਵੇ, ਉਹ ਕੜਾਹ ਪ੍ਰਸ਼ਾਦ ਵੀ ਵਰਤਾਨ ਵਾਲਾ ਹੋਵੇ, ਵੀ ਪ੍ਰਬੰਧਕ ਇੱਕ ਬੰਦੇ 'ਚ ਹੀ ਸਾਰਾ ਕੁਝ ਸਾੜਨਾ ਚਾਹੁੰਦੇ ਨੇ। ਹਾਂਜੀ, ਸਗੋਂ ਪ੍ਰਬੰਧਕਾਂ ਨੂੰ ਚਾਹੀਦਾ ਵੀ ਇੱਕ ਤਪਲੇ ਵਾਲਾ ਐਸਾ ਆਵੇ ਜਿਹੜਾ ਗੁਰਦੁਆਰੇ 'ਚ ਤਬਲੇ ਦੀ ਸੇਵਾ ਕਰੇ, ਉਹਨੂੰ ਕਮਰਾ ਦੇਵੇ, ਹਰ ਫੈਸਿਲਿਟੀ ਦੇਵੇ, ਔਰ 20 ਸਟੂਡੈਂਟ ਦੇਣ ਤੇ ਉਹ ਤਪਲੇ ਦੇ ਉੱਤੇ ਰਿਆਜ਼ ਕਰੇ ਤੇ ਅੱਗੇ ਸਾਨੂੰ ਹੋਰ ਕੋਈ ਗੁਣ ਮਿਲੇ। ਤੇ ਇਸੇ ਕਰਕੇ ਅਗਲੇ ਬੱਚੇ ਸਾਡੇ ਜਿਹੜੇ ਇਸ ਲਾਈਨ 'ਚ ਨਹੀਂ ਆ ਰਹੇ, ਉਹ ਕਹਿੰਦੇ ਵੀ ਰਾਗਿਆਂ ਦੀ ਇਹ ਤਾਂ ਇੱਜ਼ਤ ਹੈਗੀ ਤੇ ਅਸੀਂ ਕੀ ਕਰਨਾ ਜਾ ਕੇ। ਇਸੇ ਕਰਕੇ ਸ਼ਾਇਦ ਅਪਤੇਸ਼ਵਰ ਹੋਣਾ ਨਾਲ ਵੀ ਗੱਲ ਹੋਈ ਸੀਗੀ ਤੇ ਕਈ ਹੋਰ ਸਿੱਖ ਨੌਜਵਾਨਾਂ ਨਾਲ ਵੀ ਗੱਲ ਹੋਈ। ਉਹ ਕਹਿੰਦੇ ਕਿ ਜੋ ਬਣਦਾ ਮਾਨ ਸਤਿਕਾਰ ਨਹੀਂ ਉਹਨਾਂ ਨੂੰ ਦਿੱਤਾ ਗਿਆ। ਜੇਕਰ ਇੰਨਾ ਵੱਡਾ ਮਾਨ ਸਤਿਕਾਰ ਸੀਗਾ, ਉਹਨਾਂ ਪਦਮ ਸ਼੍ਰੀ ਸੀਗੇ, ਉਹਨਾਂ ਨੂੰ ਨਹੀਂ ਹੋ ਸਕਿਆ। ਸ਼੍ਰੋਮਣੀ ਕਮੇਟੀ ਜਿਹੜੀ ਆ ਬੇਸ਼ੱਕ ਉਸ ਸਮੇਂ ਕਹਿੰਦੀ ਪਈ ਸੀਗੀ ਕਿ ਅਸੀਂ ਨਾਲ ਆ, ਉਸ ਤੋਂ ਬਾਅਦ ਪਾਠ ਦੇ ਭੋਗ ਵੀ ਪਾਏ ਗਏ, ਲੇਕਿਨ ਅੱਜ ਕੋਈ ਵੀ ਨੁਮਾਇੰਦਾ ਉੱਥੇ ਏਡਾ ਵੱਡਾ ਨੁਮਾਇੰਦਾ ਕੋਈ ਵੀ ਆਂਦਾ ਨਜ਼ਰ ਨਹੀਂ ਆਇਆ। ਹਾਲਾਂਕਿ ਰੈਲੀਆਂ ਤੇ ਪਾਣ ਨਜ਼ਰ ਆਉਂਦੇ ਹੁਣ ਕਿਤੇ ਨਾ ਕਿਤੇ, ਕਿਆ ਲੱਗਦਾ ਕਿਤੇ ਨਾ ਕਿਤੇ ਮਲਾਲ ਜ਼ਰੂਰ ਹੈ ਇਸ ਚੀਜ਼ ਦਾ। ਮਰ ਜੇ ਕੰਮ ਜੇ ਦੇਖਿਆ ਜਾਏ ਤੇ ਬੱਚਿਆਂ ਦਾ ਕੰਮ ਥੋੜੀ ਹੈ। ਅਗਲਾ SGPC ਦੇ ਅੰਦਰ, ਸ਼੍ਰੋਮਣੀ ਕਮੇਟੀ ਦੇ ਅੰਦਰ ਉਸ ਸ਼ਖਸ ਨੇ 40 ਸਾਲ ਸੇਵਾ ਕੀਤੀ ਹੈ। ਅਗਰ ਘੱਟ ਤੋਂ ਘੱਟ ਉਹਦਾ ਬਣਦਾ ਸਨਮਾਨ ਤਾਂ ਮਿਲਣਾ ਚਾਹੀਦਾ ਸੀ ਨਾ। ਵੀ ਦੇਖੋ, ਜਿੱਥੇ ਪਦਮ ਸ਼੍ਰੀ ਭਾਰਤ ਸਰਕਾਰ ਨੇ ਦਿੱਤਾ, ਇਹਨਾਂ ਬੱਚਿਆਂ ਨੂੰ, ਇਹਨਾਂ ਦੀ ਘਰਵਾਲੀ ਨੂੰ, ਸਾਡੀਆਂ ਸਾਰੀਆਂ ਸੁਸਾਇਟੀਆਂ ਵੱਲੋਂ ਉਹਨਾਂ ਨੂੰ ਐਸੇ ਉੱਚ ਉਹਦੇ ਤੇ ਸਨਮਾਨ ਕੀਤਾ ਜਾਂਦਾ ਵੀ ਅਗਲੇ ਨੂੰ ਪਤਾ ਲੱਗਦਾ ਕਿ ਮੈਨੂੰ ਕਹਿੰਦੇ ਤੁਸੀਂ ਭਾਈ ਸਾਹਿਬ ਨਿਰਮਲ ਸਿੰਘ, ਮੈਂ ਕਿਹਾ ਕੋਈ ਕਹਿੰਦੇ ਯਾਰ ਨਹੀਂ, ਮੈਂ ਬੱਚਾ ਕੋਈ ਰਾਗੀ ਨਹੀਂ ਬਣਾਉਣਾ। ਸਾਡੀ ਬਦਕਿਸਮਤੀ ਹੈ ਨਾ ਜੀ। ਹੁਣ ਭਾਈ ਨਿਰਮਲ ਸਿੰਘ ਵਰਗਾ ਕੀਰਤਨੀ ਅਸੀਂ ਕਿੱਥੋਂ ਪੈਦਾ ਕਰਾਂਗੇ? ਜੇ ਅਸੀਂ ਭਾਈ ਨਿਰਮਲ ਸਿੰਘ ਜੀ ਨੂੰ ਸਾਂਭਿਆ ਹੁੰਦਾ, ਕੋਈ ਗੱਲ ਕੀਤੀ ਹੁੰਦੀ ਜਾਂ ਕੋਈ ਹੋਰ ਅਸੀਂ ਸਾਂਭੇ ਹੁੰਦੇ ਤੇ ਅੱਜ ਐਸੇ ਕੀਰਤਨੀਏ ਨਿਕਲਦੇ ਨਾ ਸਾਡੇ ਵਿੱਚੋਂ। ਕਿਆ ਲੱਗਦਾ ਕਿ ਉਸ ਸਮੇਂ ਜਿਹੜਾ ਸ਼੍ਰੋਮਣੀ ਕਮੇਟੀ ਨੇ ਪਾਠ ਦੇ ਭੋਗ ਪਾਏ, ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜੀ ਗਈ ਉਸ ਸਮੇਂ? ਬਿਲਕੁਲ ਸਹੀ ਗੱਲ ਹੈ, ਤੁਸੀਂ ਸਹੀ ਗੱਲ ਕੀਤੀ। ਗੋਂਗਲੂ ਤੋਂ ਮਿੱਟੀ ਝੜੀ, ਹੋਰ ਕੀ ਹੋਇਆ? ਹਾਂਜੀ, ਅੱਜ ਵੀ ਚਾਹੀਦਾ ਸੀਗਾ ਕੋਈ ਨਾ ਕੋਈ ਇਹਨਾਂ ਨੂੰ ਮਾਨ ਸਤਿਕਾਰ ਦੇਣਾ ਚਾਹੀਦਾ। ਬਿਲਕੁਲ, ਬਹੁਤ ਵੱਡਾ ਮਾਨ ਸਤਿਕਾਰ ਹੋਣਾ ਚਾਹੀਦਾ ਸੀ, ਬਹੁਤ ਮਾਨ ਸਤਿਕਾਰ ਹੋਣਾ ਚਾਹੀਦਾ। ਭਾਈ ਸਾਹਿਬ ਜੀ, ਇੱਥੇ ਤਾਂ ਤੇਲ ਸਿੱਟਣ ਨੂੰ ਜਗ੍ਹਾ ਨਹੀਂ ਹੋਣੀ ਚਾਹੀਦੀ ਸੀ। ਪਦਮ ਸ਼੍ਰੀ ਭਾਈ ਨਿਰਮਲ ਸਿੰਘ ਗਿਆ, ਕੋਈ ਮੇਰੇ ਵਰਗਾ ਬੰਦਾ ਚਲਾ ਜਾਏ ਤਾਂ ਉਹ ਤਾਂ ਵੱਖਰੀ ਗੱਲ ਹੈ, ਚਲੋ ਛੱਡੋ ਤੁਸੀਂ। ਹਾਂਜੀ, ਉਹ ਪਦਮ ਸ਼੍ਰੀ ਸਾਡੇ ਰਾਗੇ ਦਾ ਮਾਣ। ਹਾਂਜੀ, ਐਡਾ ਵਰਲਡ ਦੇ ਉੱਤੇ ਉਸ ਸ਼ਖਸ ਨੂੰ ਮਾਣ ਸਨਮਾਨ ਦਿੱਤਾ ਹੈ ਤੇ ਸਾਡੇ ਕਿੱਥੇ ਸੋ ਗਏ? ਇਨ ਫਿਊਚਰ ਸਾਨੂੰ ਗੁੱਸਾ ਹੈ। ਇਨ ਫਿਊਚਰ ਲੱਗਦਾ ਕਿ ਅਗਲੇ ਸਾਲ ਹੋ ਸਕਦਾ ਕਿ ਵਧੀਆ ਤਰੀਕੇ ਦੇ ਨਾਲ ਹੋਰ ਬਣਾਇਆ ਜਾ ਸਕੇ, ਕਿਉਂਕਿ ਪਹਿਲੀ ਬਰਸੀ ਸੀਗੀ, ਲੇਕਿਨ ਸਾਰਿਆਂ ਨੂੰ ਇੰਤਜ਼ਾਰ ਵੀ ਇਸੇ ਚੀਜ਼ ਦਾ ਸੀਗਾ, ਲੇਕਿਨ ਸਰਕਾਰ ਵੀ ਨਜ਼ਰ ਨਹੀਂ ਆਈ। ਸਰਕਾਰ ਬੇਸ਼ੱਕ ਪੇਪਰਾਂ ਦੇ ਉੱਤੇ ਗੱਲ ਕਰਦੀ ਹੋਈ ਨਜ਼ਰ ਆਈ, ਲੇਕਿਨ ਸਰਕਾਰ ਵੀ ਇੱਥੇ ਕੋਈ ਨਜ਼ਰ ਨਹੀਂ ਆਈ। ਬੇਟਾ ਜੀ, ਮੈਂ ਪੂਰੇ ਲੋਕਡਾਊਨ 'ਚ ਰਿਹਾ। ਪੁਲਿਸ ਡਿਪਾਰਟਮੈਂਟ ਇੱਥੇ ਖਲੋਤਾ, ਪੁਲਿਸ ਡਿਪਾਰਟਮੈਂਟ ਆਪਣੀ ਡਿਊਟੀ ਦੇ ਰਿਹਾ। ਮੈਂ ਡਿਸਟ੍ਰਿਕਟ ਮੋਹਾਲੀ 'ਚੋਂ ਹਾਂ ਤੇ ਅਸੀਂ ਪੁਲਿਸ ਨੂੰ ਲੰਗਰ ਵੰਡਿਆ। ਪੁਲਿਸ ਨੂੰ, ਹਾਲਾਂਕਿ ਪੁਲਿਸ ਵਾਲਿਆਂ ਨੇ ਮਾਸਕ ਬੰਨੇ ਸੀ, ਮੈਂ ਨਹੀਂ ਸੀ ਬੰਨਿਆ। ਤੇ ਮੈਨੂੰ ਉੱਥੋਂ ਇਲਾਕੇ ਦੇ SP ਸੀ, ਮੈਨੂੰ ਕਹਿਣ ਲੱਗੇ ਬਾਬਾ ਜੀ ਮਾਸਕ ਤਾਂ ਬੰਨ ਲਓ। ਮੈਂ ਕਿਹਾ ਜੀ ਮੈਨੂੰ ਨਹੀਂ ਕਰੋਨਾ ਹੁੰਦਾ, ਜੇ ਮੈਂ ਮਰਨਾ ਤੇ ਮੈਂ ਮਾਸਕ ਬੰਨ ਕੇ ਵੀ ਮਰ ਜਾਣਾ। ਤੇ ਉਹ ਕਹਿੰਦੇ ਭਾਈ ਸਾਹਿਬ ਇੰਨਾ ਤੁਹਾਨੂੰ ਹੌਸਲਾ ਪਰਮਾਤਮਾ ਦੇ ਉੱਤੇ। ਮੈਂ ਕਿਹਾ ਜੀ ਬਿਲਕੁਲ, ਇਹ ਕੁਝ ਨਹੀਂ ਹੈਗਾ, ਇੱਕ ਹੂਆ ਅਸੀਂ ਬਣਾ ਦਿੱਤਾ, ਕੋਈ ਐਡੀ ਕੋਈ ਦਿੱਕਤ ਨਹੀਂ। ਔਰ ਮੈਂ ਆਪ ਜੀ ਨੂੰ ਬੇਨਤੀ ਕਰਾਂ ਕਿ ਜਦੋਂ ਭਾਈ ਸਾਹਿਬ ਜੀ ਨੇ ਚੜ੍ਹਾਈ ਕੀਤੀ ਹੈ, ਉਸ ਤੋਂ ਠੀਕ 1 ਮਹੀਨੇ ਬਾਅਦ ਇੱਕ ਪੁਲਿਸ ਡਿਪਾਰਟਮੈਂਟ ਦੇ ਲੁਧਿਆਣੇ ਤੋਂ ਪੂਰੇ ਹੋਏ, ਉਹਨਾਂ ਨੂੰ ਪੂਰੇ 10 ਬੰਦੂਕਾਂ ਦੇ ਨਾਲ ਸਲਾਮੀ ਦਿੱਤੀ ਗਈ। ਘੱਟ ਤੋਂ ਘੱਟ ਸ਼ਮਸ਼ਾਨ ਘਾਟ ਦੇ ਵਿੱਚ 45 ਬੰਦੇ ਸਨ ਕਿ ਸਾਡੇ ਭਾਈ ਸਾਹਿਬ ਵੇਲੇ ਕੀ ਹੋ ਗਿਆ ਸੀ? ਕੋਈ ਕਰਫਿਊ ਲੱਗਿਆ ਸੀ? ਨਹੀਂ। ਜੇ ਅਸੀਂ ਬਾਕੀ ਗੱਲਾਂ ਕਰ ਸਕਦੇ ਹਾਂ ਤੇ ਅਸੀਂ ਇਹ ਵੀ ਤਾਂ ਇਕੱਠੇ ਹੋ ਕੇ ਰਿਕੁਐਸਟ ਕਰ ਸਕਦੇ DC ਸਾਹਿਬ ਨੂੰ ਜਾਂ ਕਿਤੇ ਹੋਰ ਉੱਚ ਕੇ ਬਈ ਸਾਡਾ ਇੱਕ ਕੀਰਤਨੀਆ ਤੁਰ ਗਿਆ ਔਰ ਪਦਮ ਸ਼੍ਰੀ ਸੀ, ਵੀ ਸਾਡੀ ਕੋਈ ਤੁਸੀਂ ਹੈਲਪ ਕਰੋ। ਮੈਂ ਚਾਹੁੰਦਾ ਕਿ ਕੋਈ ਸਰਕਾਰ ਲਈ ਵੀ ਕਈ ਦਿੱਕਤਾਂ ਆਉਂਦੀਆਂ ਨੇ, ਮੈਨੇਜਮੈਂਟ ਲਈ ਵੀ, ਐਡਮਿਨਿਸਟ੍ਰੇਸ਼ਨ ਲਈ ਵੀ ਦਿੱਕਤਾਂ ਆਉਂਦੀਆਂ ਨੇ, ਪਰ ਉਹ ਦਿੱਕਤਾਂ ਨੂੰ ਮਿਲ ਕੇ ਵੀ ਤਾਂ ਦੂਰ ਕੀਤਾ ਜਾਂਦਾ। ਸਾਨੂੰ ਸ਼ਿਕਵਾ ਨਹੀਂ ਹੈਗਾ ਕਿਸੇ ਦੇ, ਨਾ ਸਾਨੂੰ ਕਿਸੇ ਤੇ ਸ਼ਿਕਵਾ ਨਹੀਂ, ਕੋਈ ਸ਼ਿਕਾਇਤ ਨਹੀਂ, ਪਰ ਨਾ ਹੀ ਅਸੀਂ ਕਿਸੇ ਤੋਂ ਮੰਗ ਕਰਦੇ ਹਾਂ। ਗੁਰੂ ਨੇ ਕਿਰਪਾ ਕੀਤੀ, ਇਹ ਜਰਾ ਹਵਾਈ ਜਹਾਜ਼ ਚੱਲ ਲੈਣ ਦਿਓ, ਇਸ ਤੋਂ 10 ਗੁਣਾ ਪ੍ਰੋਗਰਾਮ ਅਸੀਂ ਕਰ ਦਿਆਂਗੇ ਅਗਲੇ ਸਾਲ। ਲਾਸਟ ਮੇਰਾ ਕੁਐਸਚਨ ਹੈ ਜੀ, ਸਰਦੂਲ ਸਿਕੰਦਰ ਹੋਣਾ ਦੀ ਡੈਥ ਹੁੰਦੀ ਹੈ, ਕਾਫੀ ਲੋਕ ਜਿਹੜੇ ਕਾਫੀ ਨਾਮੀ ਸਿੰਗਰ ਉੱਥੇ ਪਹੁੰਚੇ, ਉਦੋਂ ਵੀ ਕੋਵਿਡ ਦਾ ਬੜਾ ਬੋਲਬਾਲਾ ਸੀਗਾ। ਕਿਆ ਲੱਗਦਾ ਹੈ ਕਿ ਸਿਰਫ ਦੋਹਰੀ ਨੀਤੀ ਸਾਰੇ ਬੰਨੇ ਕੀਤੀ? ਮੈਂ ਉੱਥੇ ਸੀ ਜੀ ਸਰਦੂਲ ਸਿਕੰਦਰ ਜੀ ਦੇ। ਦੇਖੋ, ਜਿੱਥੇ ਸਰਦੂਲ ਸਿਕੰਦਰ ਜੀ ਦੀ ਗੱਲ ਕਰੀ ਆਪਾਂ ਤੇ ਉਹ ਵੀ ਕੋਈ ਘੱਟ ਨਹੀਂ ਗੱਲ। ਇੱਕ ਐਸੀ ਸ਼ਖਸੀਅਤ ਔਰ ਇੱਕ ਐਸਾ ਸੁਰੀਲਾ ਬੰਦਾ ਹੈ ਜੀ। ਤੇ ਮੈਂ ਇਹ ਦੇਖਣ ਗਿਆ ਸੀ ਉੱਥੇ ਤੇ ਬਈ ਮੈਂ ਸਿਰਫ ਇੰਨਾ ਉਹ ਫਰਕ ਦੇਖਣਾ ਸੀ ਵੀ ਸਾਡੇ 'ਚ ਤੇ ਇਹਨਾਂ 'ਚ ਕੀ ਫਰਕ ਹੈ, ਵੀ ਇਹਨਾਂ 'ਚ ਤੇ ਸਾਡੇ 'ਚ ਕੀ ਫਰਕ ਹੈ। ਤੇ ਉਹ ਫਰਕ ਮੈਨੂੰ ਉੱਥੇ ਨਜ਼ਰ ਆਇਆ। ਤੇ ਬਾਕੀ ਤਾਂ ਮੈਂ ਇੱਕ ਇਹ ਵੀ ਗੱਲ ਕਹਾਂ ਵੀ ਜੇ ਸਾਡੇ ਕੀਰਤਨੀਆਂ ਦੇ ਵਿੱਚ ਪਿਆਰ ਹੋ ਜਾਏ ਨਾ ਅੱਜ, ਤੇ ਅਸੀਂ ਉਹਨਾਂ ਨੂੰ ਮਾਤ ਪਾ ਸਕਦੇ ਹਾਂ, ਪਰ ਸਾਡੇ 'ਚ ਪਿਆਰ ਨਹੀਂ ਹੈ। ਤਾਂ ਇਸੇ ਕਰਕੇ ਲੱਗਦਾ ਹੈ ਕਿ ਕਈਆਂ ਨੂੰ ਸਜ਼ਾ ਵੀ ਮਿਲ ਜਾਂਦੀ ਹੈ, ਲੇਕਿਨ ਕੋਈ ਕੀਰਤੀਆਂ ਲਾਗੇ ਨਹੀਂ ਖੜੇ ਹੋ ਪਾਉਂਦੇ। ਕਈ ਇਸ ਤਰ੍ਹਾਂ ਦੇ ਕੀਰਤਨੀ ਆ ਜਦੋਂ ਕਿਸੇ ਨੇ ਸ਼ਬਦ ਬੋਲਣ ਤੋਂ ਬਾਅਦ ਉਹਨਾਂ ਨੂੰ ਦਰਬਾਰ ਸਾਹਿਬ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ। ਕਈ ਇਸ ਤਰ੍ਹਾਂ ਦੇ ਨਾਮ ਬੋਲਦੇ ਨੇ। ਭਾਈ ਸਾਹਿਬ, ਹੁਣ ਜਿਹੜਾ ਬੰਦਾ ਢੀਠ ਹੋਵੇ, ਹੁਣ ਕਈ ਵਾਰੀ ਕਹਿੰਦੇ ਵੀ ਗੋਡੇ ਟਿਕ ਗਏ, ਹੁਣ ਕਰ ਤਾਂ ਕੁਝ ਸਕਦੇ ਨਹੀਂ ਅਸੀਂ।
ਹੈ ਜੀ। ਫਿਰ ਉਹ ਨਾ ਬੋਲਣ ਜੋਗਾ ਤੇ ਨਾ ਬਹਿਣ ਜੋਗਾ ਤੇ ਨਾ ਕੁਝ ਕਰਨ ਜੋਗਾ, ਤੇ ਉਹਨਾਂ ਨਾਲ ਲੋਕਾਂ ਨਾਲ ਉਹ ਹੁੰਦੀ ਹੈ। ਪਰ ਪੰਗਤੀ ਹੈਗੀ ਹੈ ਕਿ ਜੋ ਜੋ ਤੇਰੇ ਭਗਤ ਦੁਖਾਏ ਤਤ ਕਾਲ ਤੋਂ ਮਾਰਾ, ਪ੍ਰਮਾਤਮਾ ਲਿਹਾਜ਼ ਨਹੀਂ ਕਰਦਾ। ਉਹ ਧਰਮਰਾਜ ਬੈਠਾ, ਕਿਤਾਬ ਉਹਦੇ ਕੋਲ ਆ, ਨਿਰਣਾ ਕਰ ਦਿੰਦਾ। ਉਹ ਥੋੜਾ ਟਾਈਮ ਲੱਗਦਾ। ਥੋੜਾ ਟਾਈਮ ਲੱਗਦਾ ਜ਼ਰੂਰ ਹੈ, ਕਿਉਂਕਿ ਲਗਾਤਾਰ ਹੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਦੇਹਾਂਤ ਨੂੰ ਬੇਸ਼ੱਕ 1 ਸਾਲ ਹੋ ਚੁੱਕਾ, ਉਹਨਾਂ ਦੀ ਵਰ੍ਹੇਗੰਢ ਜਿਹੜੀ ਅੱਜ ਮਨਾਈ ਜਾ ਰਹੀ ਹੈ, ਲੇਕਿਨ ਹਰ ਜਗ੍ਹਾ ਤੇ ਮਲਾਲ ਜ਼ਰੂਰ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਵਾਸਤੇ ਸਿਰਫ 5 ਮਿੰਟ ਦਾ ਕੰਮ ਸੀਗਾ ਜੇਕਰ ਇੱਥੇ ਬਹੁਤ ਵੱਡਾ ਸਮਾਗਮ ਕਰਨਾ ਹੁੰਦਾ। ਲੇਕਿਨ ਕਿਤੇ ਨਾ ਕਿਤੇ ਪੰਥ ਦੇ ਜਿਹੜੇ ਵੱਡੀਆਂ ਨੁਮਾਇੰਦੇ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਜ਼ਰੂਰ ਭਾਈ ਸਾਹਿਬ ਦਾ ਬਣਦਾ ਮਾਨ ਸਤਿਕਾਰ ਜ਼ਰੂਰ ਸੀ ਉਹ ਦੇਣਾ ਚਾਹੀਦਾ ਸੀਗਾ। ਲੇਕਿਨ ਅਗਲੇ ਸਾਲ ਜਿਹੜੀ ਹੈ ਉਹ ਜ਼ਰੂਰ ਜਿਹੜੀ ਹੈ ਬਰਸੀ ਜਿਹੜੀ ਆ ਉਹ ਮਨਾਉਣਾ ਮਨਾਈ ਜਾਏਗੀ, ਇਹ ਵੀ ਕਹਿਣਾ ਹੈ ਸਿੱਖ ਜਥੇਬੰਦੀਆਂ ਦਾ। ਕੈਮਰਾਮੈਨ ਜੈਪ੍ਰੀਤ ਦੇ ਨਾਲ ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।